ਵੈਲਕਮ ਸਟੂਡੈਂਟਸ। ਤਾਂ ਪਿਛਲੀ ਕਲਾਸ ਦੇ ਵਿੱਚ ਆਪਾਂ ਵੈਲਿਊਏਸ਼ਨ ਆਫ ਗੁੱਡਵਿਲ ਦਾ ਸਿੰਪਲ ਐਵਰੇਜ ਪ੍ਰੋਫਿਟ ਮੈਥਡ ਡਿਸਕਸ ਕੀਤਾ, ਜਿਹਦੇ ਵਿੱਚ ਆਪਾਂ ਦੋ ਸਿੰਪਲ ਜਿਹੀਆਂ ਐਗਜ਼ਾਮਪਲਸ ਲਿੱਤੀਆਂ, ਜਿਹਦੇ ਵਿੱਚ ਕੋਈ ਪਿਛਲੇ ਸਾਲਾਂ ਦੇ ਆਪਾਂ ਨੂੰ ਪ੍ਰੋਫਿਟ ਜਾਂ ਲਾਸ ਦਿੱਤੇ ਹੋਏ ਸੀ, ਲੇਕਿਨ ਉਹਨਾਂ ਕੁਐਸਚਨਸ ਦੇ ਵਿੱਚ ਆਪਾਂ ਨੂੰ ਐਡਜਸਟ ਕਰਨ ਦੀ ਲੋੜ ਨਹੀਂ ਪਈ ਆਪਣੇ ਪ੍ਰੋਫਿਟ ਨੂੰ, ਕਿਉਂਕਿ ਇਹੋ ਜਿਹੀ ਕੋਈ ਵੀ ਐਡਜਸਟਮੈਂਟ ਨਹੀਂ ਸੀ ਉੱਥੇ। ਲੇਕਿਨ ਮੈਂ ਤੁਹਾਨੂੰ ਦੱਸਿਆ ਸੀ ਕਿ ਪ੍ਰੋਫਿਟ ਨੂੰ ਐਡਜਸਟ ਕਰਨਾ ਪੈ ਸਕਦਾ ਹੈ ਜੇਕਰ ਕੁਐਸਚਨ ਦੀ ਡਿਮਾਂਡ ਹੋਵੇ ਜਾਂ ਰਿਕੁਆਇਰਮੈਂਟ ਹੋਵੇ। ਕਿਉਂ? ਇੱਥੇ ਆਪਾਂ ਗੁੱਡਵਿਲ ਦੀ ਵੈਲਿਊਏਸ਼ਨ ਕਰਨੀ ਹੈ ਔਰ ਗੁੱਡਵਿਲ ਦੀ ਵੈਲਿਊਏਸ਼ਨ ਨੂੰ ਆਪਾਂ ਰਿਲੇਟ ਕਰ ਰਹੇ ਹਾਂ ਬਿਜ਼ਨਸ ਦੇ ਪ੍ਰੋਫਿਟ ਦੇ ਨਾਲ। ਤਾਂ ਅਸੀਂ ਬਿਜ਼ਨਸ ਦੇ ਪਿਛਲੇ ਕੁਝ ਸਾਲਾਂ ਦਾ ਪ੍ਰੋਫਿਟ ਚੱਕ ਰਹੇ ਸੀ ਔਰ ਉਹਨਾਂ ਦੀ ਐਵਰੇਜ ਨਿਕਾਲ ਕੇ ਆਪਾਂ ਗੁੱਡਵਿਲ ਦੀ ਵੈਲਿਊਏਸ਼ਨ ਉਹਦੇ ਬੇਸ 'ਤੇ ਕਰ ਰਹੇ ਸੀ। ਤਾਂ ਉਹ ਜੋ ਪ੍ਰੋਫਿਟ ਹੈ ਉਹ ਪਿਓਰਲੀ ਬਿਜ਼ਨਸ ਦਾ ਪ੍ਰੋਫਿਟ ਹੋਣਾ ਚਾਹੀਦਾ ਹੈ, ਕਿਉਂਕਿ ਗੁੱਡਵਿਲ ਵੀ ਆਪਾਂ ਜੋ ਵੈਲਿਊ ਕਰਨੀ ਹੈ ਉਹ ਪਿਓਰਲੀ ਬਿਜ਼ਨਸ ਦੀ ਹੀ ਕਰਨੀ ਹੈ। ਤਾਂ ਆਪਾਂ ਨੂੰ ਐਡਜਸਟਡ ਪ੍ਰੋਫਿਟ ਕਿਵੇਂ ਕੈਲਕੂਲੇਟ ਕਰਨਾ ਹੈ ਆਪਾਂ ਇੱਥੇ ਡਿਸਕਸ ਕਰਕੇ ਚੱਲਦੇ ਹਾਂ। ਤਾਂ ਐਡਜਸਟਡ ਪ੍ਰੋਫਿਟ ਕੈਲਕੂਲੇਟ ਕਰਨ ਵਾਸਤੇ ਸਭ ਤੋਂ ਪਹਿਲਾਂ ਜੋ ਵੀ ਤੁਹਾਨੂੰ ਨੈਟ ਪ੍ਰੋਫਿਟ ਦਿੱਤਾ ਹੋਏਗਾ ਕੁਐਸਚਨ ਦੇ ਵਿੱਚ ਕਿਸੇ ਵੀ ਸਾਲ ਦਾ, ਸਭ ਤੋਂ ਪਹਿਲਾਂ ਆਪਾਂ ਉਹ ਪਿਕ ਕਰ ਲਾਂਗੇ। ਉਸ ਤੋਂ ਬਾਅਦ ਉਹਦੇ ਵਿੱਚ ਕੁਝ ਐਡਜਸਟਮੈਂਟਾਂ ਕਰਨੀਆਂ ਨੇ ਆਪਾਂ, ਜਿਵੇਂ ਕਿ ਐਨੀ ਨੌਨ ਬਿਜ਼ਨਸ, ਜਿਹਨੂੰ ਆਪਾਂ ਐਬਨੋਰਮਲ ਲਾਸ ਵੀ ਕਹਿ ਸਕਦੇ ਹਾਂ। ਤਾਂ ਕੋਈ ਵੀ ਨੌਨ ਬਿਜ਼ਨਸ ਲਾਸ ਜਾਂ ਫਿਰ ਐਬਨੋਰਮਲ ਲਾਸ, ਜਾਂ ਫਿਰ ਤੁਸੀਂ ਉਸ ਨੂੰ ਐਕਸਪੈਂਸ ਵੀ ਕਹਿ ਸਕਦੇ ਹੋ ਕਿ ਭਾਈ ਕੋਈ ਵੀ ਨੌਨ ਬਿਜ਼ਨਸ ਜਾਂ ਫਿਰ ਐਬਨੋਰਮਲ ਨੇਚਰ ਦਾ ਕੋਈ ਖਰਚਾ ਹੈ, ਤੁਸੀਂ ਉਸ ਨੂੰ ਆਲਰੇਡੀ ਕੀ ਕੀਤਾ ਹੋਇਆ, ਮਾਈਨਸ ਕੀਤਾ ਹੋਇਆ ਹੈ। ਇਫ ਆਲਰੇਡੀ ਚਾਰਜ, ਤਾਂ ਕਿਉਂਕਿ ਤੁਸੀਂ ਉਸ ਨੂੰ ਪਹਿਲਾਂ ਮਾਈਨਸ ਕੀਤਾ ਹੋਇਆ ਆਪਣੇ ਪ੍ਰੋਫਿਟ ਦੇ ਵਿੱਚੋਂ, ਔਰ ਉਹ ਮਾਈਨਸ ਨਹੀਂ ਹੋਣਾ ਚਾਹੀਦਾ ਕਿਉਂਕਿ ਉਹ ਤਾਂ ਨੌਨ ਬਿਜ਼ਨਸ ਨੇਚਰ ਦਾ ਹੈ, ਐਬਨੋਰਮਲ ਨੇਚਰ ਦਾ ਹੈ, ਇਸ ਕਰਕੇ ਉਸ ਨੂੰ ਆਪਾਂ ਐਡ ਬੈਕ ਕਰ ਲਾਂਗੇ। ਉਸੇ ਤਰੀਕੇ ਨਾਲ ਐਨੀ ਨੌਨ ਬਿਜ਼ਨਸ ਜਾਂ ਫਿਰ ਐਬਨੋਰਮਲ ਗੇਨ ਜਾਂ ਪ੍ਰੋਫਿਟ ਹੈ ਜੋ ਕਿ ਬਿਜ਼ਨਸ ਦੀ ਨੇਚਰ ਦਾ ਨਹੀਂ ਹੈ, ਬਿਜ਼ਨਸ ਦਾ ਨਾਰਮਲ ਪ੍ਰੋਫਿਟ ਨਹੀਂ ਹੈਗਾ, ਔਰ ਅਸੀਂ ਉਸ ਨੂੰ ਜੇਕਰ ਆਲਰੇਡੀ ਇਨਕਲੂਡ ਕੀਤਾ ਹੈ ਪ੍ਰੋਫਿਟ ਦੇ ਵਿੱਚ, ਇਫ ਆਲਰੇਡੀ ਇਨਕਲੂਡਡ ਇਨ ਦਾ ਬਿਜ਼ਨਸ ਪ੍ਰੋਫਿਟ, ਤਾਂ ਆਪਾਂ ਉਸ ਨੂੰ ਕੀ ਕਰ ਦਾਂਗੇ, ਮਾਈਨਸ ਕਰ ਦਾਂਗੇ। ਤਾਂ ਇਸ ਤਰੀਕੇ ਨਾਲ ਐਬਨੋਰਮਲ ਨੇਚਰ ਦਾ ਕੋਈ ਲਾਸ ਹੈ ਤਾਂ ਉਸ ਨੂੰ ਆਪਾਂ ਐਡ ਬੈਕ ਕਰ ਦਾਂਗੇ, ਐਬਨੋਰਮਲ ਨੇਚਰ ਦਾ ਕੋਈ ਗੇਨ ਹੈ ਤਾਂ ਉਸ ਨੂੰ ਆਪਾਂ ਮਾਈਨਸ ਕਰ ਦਾਂਗੇ ਆਪਣੇ ਗਿਵਨ ਨੈਟ ਪ੍ਰੋਫਿਟ ਦੇ ਵਿੱਚ। ਉਸ ਤੋਂ ਬਾਅਦ ਕਈ ਵਾਰ ਕੀ ਹੁੰਦਾ ਹੈ ਕਿ ਕੋਈ ਵੀ ਆਈਟਮ ਜੋ ਕਿ ਬਿਜ਼ਨਸ ਨੇਚਰ ਦੀ ਹੈ, ਨਾਰਮਲ ਨੇਚਰ ਦੀ ਹੈ, ਅਸੀਂ ਉਸ ਨੂੰ ਕੰਸੀਡਰ ਨਹੀਂ ਕੀਤਾ ਪਹਿਲਾਂ, ਤਾਂ ਹੁਣ ਅਸੀਂ ਉਸ ਨੂੰ ਕੰਸੀਡਰ ਕਰਾਂਗੇ ਕਿਉਂਕਿ ਉਹ ਬਿਜ਼ਨਸ ਦੀ ਨੇਚਰ ਦੀ ਹੈ, ਨਾਰਮਲ ਨੇਚਰ ਦੀ ਹੈ, ਤਾਂ ਉਸ ਨੂੰ ਕੰਸੀਡਰ ਕੀਤਾ ਜਾਣਾ ਚਾਹੀਦਾ ਹੈ। ਤਾਂ ਇਹ ਤਾਂ ਦੋਨੇ ਗੱਲਾਂ ਹੋ ਗਈਆਂ ਐਬਨੋਰਮਲ ਨੇਚਰ ਦੀ ਇਨਕਮ ਜਾਂ ਐਬਨੋਰਮਲ ਨੇਚਰ ਦੇ ਲਾਸ ਦੀ। ਹੁਣ ਸਪੋਜ਼ ਕਰੋ ਐਨੀ ਬਿਜ਼ਨਸ या फिर नॉर्मल प्रॉफिट और गेन है, जो कि बिजनेस का नॉर्मल गेन है, नॉर्मल प्रॉफिट है, जो कि इनकलूड होना चाहिए सी बिजनेस के प्रॉफिट दे विच, लेकिन आप इनकलूड नहीं किया। इफ नॉट इनकलूडेड, तो आप उसमें की कर लांगे, वापस एड बैक कर लांगे क्योंकि पहला एड बैक नहीं किया होया। ऐसे तरीके नाल एनी बिजनेस या फिर नॉर्मल लॉस और एक्सपेंस, कोई बिजनेस का खर्चा है जो कि नॉर्मली बिजनेस का खर्चा होना चाहिए, लेकिन असी उसमें इनकलूड नहीं किया होया या उसमें चार्ज नहीं किया होया, उसमें पहला तो प्रॉफिट के विचों नहीं घटाया होया, तो हुण असी उसमें माइनस कर देंगे। इफ नॉट चार्ज, तो सारी एडजस्टमेंटा करने तो बाद जो फाइनल अमाउंट आएगी अपने प्रॉफिट की, वो साडा एडजस्टड प्रॉफिट होएगा। तो इस तरीके नाल आपां नूं पिछले 3 साल 4 साल का जो प्रॉफिट दिता होएगा, जेकर किसी भी टाइम उसकी एडजस्टमेंट करने की लोड़ है तो आप उसनूं एडजस्ट जरूर करेंगे। नोट करने वाली गल एक होर है जो कि बहुत जरूरी है अपने वास्ते,
जो आप आइटਮਾं अपने प्रॉफिट ਦੇ ਵਿੱਚ ਐਡ ਕੀਤੀਆਂ ਜਾਂ ਲੈਸ ਕੀਤੀਆਂ ਉਹਨਾਂ ਦਾ ਇੰਪੈਕਟ ਸਿੰਗਲ ਟਾਈਮ ਸੀ, ਸਿੰਗਲ ਈਅਰ ਦੇ ਵਿੱਚ ਸੀ, ਇੰਡੀਵਿਜੂਅਲ ਈਅਰ ਦੇ ਵਿੱਚ ਸੀ, ਉਹਦਾ ਕੋਈ ਵੀ ਇੰਪੈਕਟ ਅਗਲੇ ਸਾਲ ਦੇ ਵਿੱਚ ਨਹੀਂ ਜਾਂਦਾ। ਲੇਕਿਨ ਇੱਕ ਐਡਜਸਟਮੈਂਟ ਹੈ ਕਲੋਜ਼ਿੰਗ ਸਟਾਕ ਦੀ ਐਡਜਸਟਮੈਂਟ, ਉਸ ਨੂੰ ਧਿਆਨ ਨਾਲ ਸਮਝਣਾ ਆਪਾਂ। ਐਡਜਸਟਮੈਂਟ ਆਫ ਕਲੋਜ਼ਿੰਗ ਸਟਾਕ। ਹੁਣ ਇਹ ਕਲੋਜ਼ਿੰਗ ਸਟਾਕ ਦੀ ਜਿਹੜੀ ਐਡਜਸਟਮੈਂਟ ਆ ਉਹਦਾ ਇੰਪੈਕਟ ਜਿਹੜਾ ਹੈਗਾ 2 ਸਾਲਾਂ ਦੇ ਵਿੱਚ ਪਏਗਾ। ਇੱਕ ਤਾਂ ਉਸ ਸਾਲ ਜਿਸ ਸਾਲ ਦਾ ਉਹ ਕਲੋਜ਼ਿੰਗ ਸਟਾਕ ਹੈ, ਔਰ ਫਿਰ ਜਿਸ ਸਾਲ ਦਾ ਉਹ ਓਪਨਿੰਗ ਸਟਾਕ ਬਣ ਕੇ ਜਾ ਰਿਹਾ ਹੈਗਾ। ਸਪੋਜ਼ ਕਰੋ ਜੋ ਆਪਣਾ ਕਲੋਜ਼ਿੰਗ ਸਟਾਕ ਹੈ ਉਹ ਆਪਾਂ ਅੰਡਰ ਵੈਲਿਊਡ ਕਰ ਲਿਆ। ਅੰਡਰ ਵੈਲਿਊਡ ਦਾ ਮਤਲਬ ਹੈ ਉਹਦੀ ਵੈਲਿਊਏਸ਼ਨ ਆਪਾਂ ਘੱਟ ਕਰ ਲਈ, ਔਰ ਸਾਨੂੰ ਪਤਾ ਹੈ ਕਿ ਅਸੀਂ ਕਲੋਜ਼ਿੰਗ ਸਟਾਕ ਨੂੰ ਟ੍ਰੇਡਿੰਗ ਅਕਾਊਂਟ ਦੇ ਵਿੱਚ ਕ੍ਰੈਡਿਟ ਵਾਲੇ ਪਾਸੇ ਸ਼ੋ ਕਰਦੇ ਸੀ, ਯਾਨੀ ਕਿ ਉਹ ਇਨਕਮ ਨੂੰ ਵਧਾਉਂਦਾ ਹੈਗਾ। ਤਾਂ ਜੇਕਰ ਉਹ ਅੰਡਰ ਵੈਲਿਊ ਹੋ ਗਿਆ, ਕਲੋਜ਼ਿੰਗ ਸਟਾਕ ਅੰਡਰ ਵੈਲਿਊ ਹੋ ਗਿਆ, ਯਾਨੀ ਕਿ ਆਪਣਾ ਨੈਟ ਪ੍ਰੋਫਿਟ ਕੀ ਹੋ ਗਿਆ, ਘਟ ਗਿਆ। ਤਾਂ ਜੋ ਵੀ ਆਪਣਾ ਗਿਵਨ ਈਅਰ ਹੋਏਗਾ, ਜੋ ਵੀ ਆਪਣਾ ਪ੍ਰੈਜ਼ੈਂਟ ਈਅਰ ਹੋਏਗਾ, ਠੀਕ ਹੈ, ਉਹਦੇ ਵਿੱਚ ਉਸ ਕਲੋਜ਼ਿੰਗ ਸਟਾਕ ਦਾ ਜੋ ਅੰਡਰ ਵੈਲਿਊ ਦਾ ਇੰਪੈਕਟ ਹੈ ਆਪਣੇ ਨੈਟ ਪ੍ਰੋਫਿਟ ਦੇ ਵਿੱਚ, ਉਹਦੇ ਵਿੱਚ ਕੀ ਕਰਨਾ ਪਏਗਾ, ਆਪਾਂ ਨੂੰ ਐਡ ਕਰਨਾ ਪਏਗਾ, ਕਿਉਂਕਿ ਉਹ ਸਾਡੇ ਪ੍ਰੋਫਿਟ ਨੂੰ ਵਧਾਏਗਾ। ਆਪਾਂ ਅੰਡਰ ਵੈਲਿਊ ਕੀਤਾ ਹੋਇਆ ਉਸ ਨੂੰ ਵਧਾਉਣਾ ਹੈ, ਲੇਕਿਨ ਨੈਕਸਟ ਈਅਰ ਉਹ ਕਲੋਜ਼ਿੰਗ ਸਟਾਕ ਨੇ ਕੀ ਬਣ ਕੇ ਜਾਣਾ, ਓਪਨਿੰਗ ਬਣ ਕੇ ਜਾਣਾ ਹੈ। ਤਾਂ ਉਹਦਾ ਉਹੀ ਉਸ ਅਮਾਊਂਟ ਦਾ ਇੰਪੈਕਟ ਜੋ ਹੈ ਉਹ ਕੀ ਹੋਏਗਾ, ਉਸ ਸਾਲ ਦੇ ਪ੍ਰੋਫਿਟ ਦੇ ਵਿੱਚ ਜਾ ਕੇ ਲੈਸ ਹੋ ਜਾਏਗਾ। ਤਾਂ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਜੇਕਰ ਕਲੋਜ਼ਿੰਗ ਸਟਾਕ ਕਿਸੇ ਵੀ ਸਾਲ ਅੰਡਰ ਵੈਲਿਊ ਹੋਇਆ, ਤਾਂ ਜਿਸ ਸਾਲ ਉਹ ਅੰਡਰ ਵੈਲਿਊ ਹੋਇਆ ਉਸ ਸਾਲ ਦੇ ਪ੍ਰੋਫਿਟ ਦੇ ਵਿੱਚ ਆਪਾਂ ਉਸ ਨੂੰ ਐਡ ਕਰ ਦਾਂਗੇ, ਔਰ ਨੈਕਸਟ ਈਅਰ ਦੇ ਪ੍ਰੋਫਿਟ ਦੇ ਵਿੱਚ ਆਪਾਂ ਉਸ ਨੂੰ ਲੈਸ ਕਰ ਦਾਂਗੇ, ਕਿਉਂਕਿ ਐਤਕੀ ਦਾ ਕਲੋਜ਼ਿੰਗ ਸਟਾਕ ਅਗਲੇ ਸਾਲ ਦਾ ਕੀ ਬਣ ਕੇ ਜਾਏਗਾ, ਓਪਨਿੰਗ ਸਟਾਕ ਬਣ ਕੇ ਜਾਏਗਾ। ਉਸੇ ਤਰੀਕੇ ਨਾਲ ਸਪੋਜ਼ ਕਰੋ ਕਲੋਜ਼ਿੰਗ ਸਟਾਕ ਓਵਰ ਵੈਲਿਊਡ ਕਰ ਲਿਆ ਆਪਾਂ, ਤਾਂ ਜਿਸ ਸਾਲ ਪ੍ਰੈਜ਼ੈਂਟ ਈਅਰ ਦੇ ਵਿੱਚ ਉਹ ਓਵਰ ਵੈਲਿਊ ਹੋਇਆ, ਯਾਨੀ ਕਿ ਕਲੋਜ਼ਿੰਗ ਸਟਾਕ ਨੂੰ ਆਪਾਂ ਵੱਧ ਦਿਖਾ ਦਿੱਤਾ ਹੈ, ਹੁਣ ਉਸ ਨੂੰ ਘਟਾਉਣਾ ਹੈ, ਤਾਂ ਆਪਣਾ ਪ੍ਰੋਫਿਟ ਘਟੂਗਾ। ਤਾਂ ਆਪਾਂ ਉਸ ਸਾਲ ਦੇ ਪ੍ਰੈਜ਼ੈਂਟ ਈਅਰ ਦੇ ਪ੍ਰੋਫਿਟ ਦੇ ਵਿੱਚੋਂ ਆਪਾਂ ਉਹ ਜੋ ਓਵਰ ਵੈਲਿਊਏਸ਼ਨ ਹੈ ਉਸ ਨੂੰ ਆਪਾਂ ਲੈਸ ਕਰ ਦਾਂਗੇ, ਔਰ ਉਹਦਾ ਜੋ ਇੰਪੈਕਟ ਹੈ ਨੈਕਸਟ ਈਅਰ ਦੇ ਪ੍ਰੋਫਿਟ ਦੇ ਵਿੱਚ ਆਪਾਂ ਕੀ ਕਰ ਦਾਂਗੇ, ਉਸ ਨੂੰ ਐਡ ਕਰ ਦਾਂਗੇ। ਤਾਂ ਬਸ ਇੰਨਾ ਧਿਆਨ ਰੱਖਣਾ ਕਿ ਕਲੋਜ਼ਿੰਗ ਸਟਾਕ ਦੀ ਜਿਹੜੀ ਐਡਜਸਟਮੈਂਟ ਹੈ ਉਹ 2 ਸਾਲਾਂ ਦੇ ਇੰਪੈਕਟ ਪਾਏਗੀ ਆਪਣਾ। ਹੁਣ ਆਪਾਂ ਐਡਜਸਟਡ ਪ੍ਰੋਫਿਟ ਨੂੰ ਲੈ ਕੇ ਔਰ ਸਿੰਪਲ ਐਵਰੇਜ ਪ੍ਰੋਫਿਟ ਕੈਲਕੂਲੇਟ ਕਰਕੇ ਗੁੱਡਵਿਲ ਦੀ ਵੈਲਿਊਏਸ਼ਨ ਕਰਨੀ ਹੈ, ਔਰ ਉਹਦੇ ਵਾਸਤੇ ਆਪਾਂ ਇੱਕ ਕੁਐਸਚਨ ਲੈ ਕੇ ਚੱਲਦੇ ਹੈਗੇ ਹਾਂ, ਜਿਹਦੇ ਵਿੱਚ ਆਪਾਂ ਨੂੰ ਪਿਛਲੇ ਕੁਝ 5 ਸਾਲਾਂ ਦਾ ਪ੍ਰੋਫਿਟ ਦਿੱਤਾ ਹੋਇਆ, ਔਰ ਪਿਛਲੇ ਕੁਝ ਲੌਸਿਸ ਵੀ ਦਿੱਤੇ ਹੋਏ ਹੈ, ਔਰ ਉਹਨਾਂ ਦੇ ਵਿੱਚ ਹਰ ਸਾਲ ਦੇ ਪ੍ਰੋਫਿਟ ਜਾਂ ਲੌਸ ਦੇ ਵਿੱਚ ਕੁਝ ਐਡਜਸਟਮੈਂਟਾਂ ਵੀ ਦਿੱਤੀਆਂ ਹੋਈਆਂ ਨੇ ਆਪਾਂ ਨੂੰ। ਜਿਵੇਂ ਸਭ ਤੋਂ ਪਹਿਲਾਂ ਆਪਣੇ ਕੋਲ ਪ੍ਰੋਫਿਟ ਦਿੱਤਾ ਹੋਇਆ 40,000 ਰੁਪਏ ਦਾ, ਔਰ ਉਹਦੇ ਵਿੱਚ ਉਸਨੇ ਕਿਹਾ ਇਨਕਲੂਡਿੰਗ ਇੰਸ਼ੋਰੈਂਸ ਕਲੇਮ ₹4,000। ਇੰਸ਼ੋਰੈਂਸ ਕੰਪਨੀ ਤੋਂ ਕੋਈ ਕਲੇਮ ਮਿਲਿਆ ਆਪਾਂ ਨੂੰ 4,000 ਰੁਪਏ ਦਾ, ਔਰ ਆਪਾਂ ਪ੍ਰੋਫਿਟ ਦੇ ਵਿੱਚ ਇਨਕਲੂਡ ਕੀਤਾ ਹੋਇਆ। ਤਾਂ ਮੈਂ ਕਿਹਾ ਸੀ ਕੋਈ ਵੀ ਐਬਨੋਰਮਲ ਨੇਚਰ ਦੀ ਇਨਕਮ ਜੋ ਕਿ ਨਾਰਮਲੀ ਬਿਜ਼ਨਸ ਦੀ ਇਨਕਮ ਨਹੀਂ ਹੈ, ਰੈਗੂਲਰ ਇਨਕਮ ਨਹੀਂ ਹੈ, ਉਸ ਨੂੰ ਆਪਾਂ ਇਨਕਲੂਡ ਨਹੀਂ ਕਰਨਾ। ਬਟ ਕਿਉਂਕਿ ਉਸ ਨੂੰ ਇਨਕਲੂਡ ਕੀਤਾ ਹੋਇਆ ਹੈ, ਔਰ ਇਹ ਐਬਨੋਰਮਲ ਨੇਚਰ ਤੇ ਗੇਨ ਕਹਿ ਲਓ, ਐਬਨੋਰਮਲ ਨੇਚਰ ਦੀ ਇਨਕਮ ਕਹਿ ਲਓ, ਇਨਕਲੂਡ ਹੈ, ਇਸ ਕਰਕੇ ਇਸ ਨੂੰ ਆਪਾਂ ਕੀ ਕਰ ਦਾਂਗੇ, ਇਸ ਸਾਲ ਦੇ ਪ੍ਰੋਫਿਟ ਦੇ ਵਿੱਚੋਂ ਆਪਾਂ ਲੈਸ ਕਰ ਦਾਂਗੇ। ਤਾਂ ਆਪਾਂ ਕੀ ਕਰਨਾ ਹੈ, ਹਰ ਸਾਲ ਦਾ ਐਡਜਸਟਡ ਪ੍ਰੋਫਿਟ ਨਿਕਾਲਣਾ ਹੈ, ਹਰ ਸਾਲ ਦਾ ਐਡਜਸਟਡ ਪ੍ਰੋਫਿਟ ਨਿਕਾਲਣਾ ਹੈ। ਤਾਂ ਆਪਣੇ ਕੋਲ ਪਹਿਲੇ ਸਾਲ ਦਾ ਜਿਹੜਾ ਪ੍ਰੋਫਿਟ ਹੈ ਉਹ ਹੈਗਾ 40,000 ਰੁਪਏ, ਜਿਹਦੇ ਵਿੱਚੋਂ ਆਪਾਂ ਇਹ 4,000 ਰੁਪਏ ਜੋ ਇੰਸ਼ੋਰੈਂਸ ਕੰਪਨੀ ਤੋਂ ਕਲੇਮ ਮਿਲਿਆ ਹੈ ਉਹ ਆਪਾਂ ਇਹਦੇ ਵਿੱਚੋਂ ਹਟਾ ਦਾਂਗੇ, ਔਰ ਹਟਾਉਣ ਤੋਂ ਬਾਅਦ ਉਸ ਸਾਲ ਦਾ ਪ੍ਰੋਫਿਟ ਜੋ ਰਹਿ ਜਾਏਗਾ 36,000 ਰੁਪਏ ਰਹਿ ਜਾਏਗਾ। ਸੈਕਿੰਡ ਈਅਰ ਆਪਣੇ ਕੋਲ ਪ੍ਰੋਫਿਟ ਹੈ 50,000 ਰੁਪਏ ਦਾ, ਆਫਟਰ ਚਾਰਜਿੰਗ ਐਨ ਐਬਨੋਰਮਲ ਲਾਸ। ਐਬਨੋਰਮਲ ਨੇਚਰ ਦਾ ਕੋਈ ਲਾਸ ਦਿੱਤਾ ਹੋਇਆ, ਔਰ ਮੈਂ ਤੁਹਾਨੂੰ ਕਿਹਾ ਸੀ ਕਿ ਐਬਨੋਰਮਲ ਨੇਚਰ ਦਾ ਲਾਸ ਮਤਲਬ ਕਿ ਇਹੋ ਜਿਹਾ ਲਾਸ ਜੋ ਕਿ ਬਿਜ਼ਨਸ ਦਾ ਨਹੀਂ ਹੈ, ਪਰ ਕਿਉਂਕਿ ਤੁਸੀਂ ਉਸ ਨੂੰ ਚਾਰਜ ਕੀਤਾ ਹੋਇਆ, ਤੁਸੀਂ ਉਸ ਨੂੰ ਮਾਈਨਸ ਕੀਤਾ ਹੋਇਆ, ਤਾਂ ਉਸ ਨੂੰ ਕੀ ਕਰਨਾ ਪਏਗਾ, ਤੁਹਾਨੂੰ ਐਡ ਬੈਕ ਕਰਨਾ ਪਏਗਾ। ਤਾਂ ਤੁਸੀਂ ਜੋ ਸੈਕਿੰਡ ਈਅਰ ਦਾ ਪ੍ਰੋਫਿਟ ਹੈ ਆਪਣਾ 50,000 ਰੁਪਏ ਦਾ, ਉਹਦੇ ਵਿੱਚ ਆਪਾਂ 10,000 ਰੁਪਏ ਦਾ ਉਹ ਐਬਨੋਰਮਲ ਲਾਸ ਜਿਹੜਾ ਉਹ ਐਡ ਕਰ ਦਾਂਗੇ, ਤਾਂ ਆਫਟਰ ਐਡਜਸਟਮੈਂਟ ਆਪਣਾ ਪ੍ਰੋਫਿਟ ਬਣ ਜਾਏਗਾ 60,000 ਰੁਪਏ ਦਾ ਸੈਕਿੰਡ ਈਅਰ ਦਾ। ਥਰਡ ਈਅਰ ਆਪਾਂ ਨੂੰ ਲਾਸ ਦਿੱਤਾ ਹੋਇਆ, ਔਰ ਆਪਾਂ ਨੂੰ ਪਤਾ ਹੈ ਕਿ ਲਾਸ ਦੀ ਫਿਗਰ ਜਿਹੜੀ ਉਹ ਮਾਈਨਸ ਦੇ ਵਿੱਚ ਆਪਾਂ ਚੱਕਦੇ ਹਾਂ, 10,000 ਰੁਪਏ ਆਪਣਾ ਮਾਈਨਸ ਦੇ ਵਿੱਚ ਹੈ।
आफ्टर चार्जिंग वॉलंटरी रिटायरमेंट कंपनसेशन ₹1 ਲੱਖ। वॉलंटरी रिटायरमेंट कंपनसेशन मीनस की है कि किसी एम्पलॉई ने अपनी ਇੱਛਾ ਦੇ ਨਾਲ ਰਿਟਾਇਰਮੈਂਟ ਲੈ ਲਈ ਔਰ ਤੁਸੀਂ ਉਸਨੂੰ ਕੰਪਨਸੇਸ਼ਨ ਦੇ ਰੂਪ ਦੇ ਵਿੱਚ ₹1 ਲੱਖ ਜਿਹੜਾ ਸੀਗਾ ਉਹ ਪੇ ਕਰਤਾ ਔਰ ਤੁਸੀਂ ਉਸਨੂੰ ਚਾਰਜ ਕਰ ਲਿਆ, ਯਾਨੀ ਕਿ ਆਪਣੇ ਪ੍ਰੋਫਿਟ ਦੇ ਵਿੱਚੋਂ ਘਟਾ ਲਿਆ। ਬਟ ਉਹ ਕੋਈ ਨੋਰਮਲ ਜਾਂ ਰੈਗੂਲਰ ਕੋਈ ਬਿਜ਼ਨਸ ਦਾ ਖਰਚਾ ਤਾਂ ਹੈ ਨਹੀਂਗਾ, ਇਸ ਕਰਕੇ ਇਹ ਅਬਨੋਰਮਲ ਨੇਚਰ ਦਾ ਖਰਚਾ ਹੈ ਜੋ ਕਿ ਤੁਸੀਂ ਆਪਣਾ ਲੈਸ ਕਰ ਚੁੱਕੇ ਹੋ ਪਹਿਲਾਂ ਆਪਣੇ ਪ੍ਰੋਫਿਟ ਦੇ ਵਿੱਚੋਂ। ਹੁਣ ਤੁਸੀਂ ਕੀ ਕਰਨਾ, ਉਸਨੂੰ ਐਡ ਬੈਕ ਕਰਨਾ ਹੈਗਾ, ਤਾਂ ਉਸਨੂੰ ਵਾਪਸ ਐਡ ਕਰ ਲਓ। ਪਰ ਕਿਉਂਕਿ ਤੁਹਾਡੀ ਫਿਗਰ ਪਹਿਲਾਂ ਮਾਈਨਸ ਦੇ ਵਿੱਚ ਹੈ, ਤੁਹਾਡੇ ਕੋਲ ਲੋਸ ਸੀ ₹10,000 ਦਾ, ਉਹਦੇ ਵਿੱਚ ਆਪਾਂ ₹1 ਲੱਖ ਪਲੱਸ ਕਰਨਾ ਹੈ, ਤਾਂ ਮਾਈਨਸ ਪਲੱਸ ਆਪਸ ਦੇ ਵਿੱਚ ਮਾਈਨਸ ਹੋਣਗੇ ਔਰ ਆਪਣੇ ਕੋਲ ₹90,000 ਪੋਜ਼ੀਟਿਵ ਬਚੇਗਾ। ਯਾਨੀ ਕਿ ਤੀਸਰੇ ਸਾਲ ਦਾ ਜੋ ਆਪਾਂ ਨੂੰ ਲੋਸ ਦਿੱਤਾ ਹੋਇਆ ਸੀ ਉਹ ਆਫਟਰ ਐਡਜਸਟਮੈਂਟ ਪ੍ਰੋਫਿਟ ਦੇ ਵਿੱਚ ਕਨਵਰਟ ਹੋ ਗਿਆ ਔਰ ₹90,000 ਦਾ ਪ੍ਰੋਫਿਟ ਬਣ ਗਿਆ ਆਪਣਾ। ਚੌਥੇ ਸਾਲ ਆਪਾਂ ਨੂੰ ਪ੍ਰੋਫਿਟ ਦਿੱਤਾ ਹੋਇਆ ₹70,000 ਦਾ ਔਰ ਫਿਰ ਉੱਥੇ ਲਿਖਿਆ ਕਲੋਜ਼ਿੰਗ ਸਟਾਕ ਓਵਰ ਵੈਲਿਊ ਹੋ ਗਿਆ ਆਪਣਾ ₹10,000 ਨਾਲ। ਹੁਣ ਮੈਂ ਤੁਹਾਨੂੰ ਕਲੋਜ਼ਿੰਗ ਸਟਾਕ ਦੀ ਐਡਜਸਟਮੈਂਟ ਦੇ ਬਾਰੇ 'ਚ ਕਿਹਾ ਸੀ ਕਿ ਉਹਦਾ ਇੰਪੈਕਟ 2 ਸਾਲਾਂ 'ਤੇ ਪਏਗਾ। ਜਿਸ ਸਾਲ ਉਹ ਆਪਣਾ ਕਲੋਜ਼ਿੰਗ ਸਟਾਕ ਅੰਡਰ ਜਾਂ ਓਵਰ ਵੈਲਿਊ ਹੋਇਆ ਹੈ ਤਾਂ ਉਸ ਸਾਲ ਉਹਦਾ ਇੰਪੈਕਟ ਪਏਗਾ ਔਰ ਫਿਰ ਉਸ ਤੋਂ ਅਗਲੇ ਸਾਲ ਦੇ ਪ੍ਰੋਫਿਟ ਦੇ ਉੱਤੇ ਵੀ ਉਹਦਾ ਇੰਪੈਕਟ ਪਏਗਾ। ਤਾਂ ਹੁਣ ਆਪਣੇ ਕੋਲ ₹70,000 ਦਾ ਪ੍ਰੋਫਿਟ ਦਿੱਤਾ ਹੋਇਆ ਔਰ ਕਲੋਜ਼ਿੰਗ ਸਟਾਕ ਓਵਰ ਵੈਲਿਊ ਹੋਇਆ ਪਿਆ ਹੈ, ਯਾਨੀ ਕਲੋਜ਼ਿੰਗ ਸਟਾਕ ਨੂੰ ਆਪਾਂ ਜ਼ਿਆਦਾ ਲਿਖ ਰੱਖਿਆ ₹10,000 ਨਾਲ। ਔਰ ਓਵਰ ਵੈਲਿਊ ਦਾ ਮਤਲਬ ਇਹ ਹੈ ਕਿ ਸਾਡਾ ਕਲੋਜ਼ਿੰਗ ਸਟਾਕ ₹10,000 ਜ਼ਿਆਦਾ ਦਿਖ ਰਿਹਾ, ਜਿਹਦੇ ਕਰਕੇ ਸਾਡਾ ਪ੍ਰੋਫਿਟ ਵੀ ਜ਼ਿਆਦਾ ਦਿਖ ਰਿਹਾ ਹੈਗਾ। ਤਾਂ ਆਪਾਂ ਉਸ ਨੂੰ ਕੀ ਕਰ ਦਾਂਗੇ, ਮਾਈਨਸ ਕਰ ਦਾਂਗੇ ਇਹਦੇ ਵਿੱਚੋਂ। ਤਾਂ ₹10,000 ਕਲੋਜ਼ਿੰਗ ਸਟਾਕ ਦਾ ਜੋ ਓਵਰ ਵੈਲਿਊ ਹੋਇਆ ਉਹ ਆਪਾਂ ਮਾਈਨਸ ਕਰ ਦਾਂਗੇ, ਤਾਂ ਇਹ ਰਹਿ ਜਾਊਗਾ ਆਪਣੇ ਕੋਲ ₹60,000 ਦਾ ਪ੍ਰੋਫਿਟ। ਨੈਕਸਟ ਈਅਰ ਆਪਣੇ ਕੋਲ ਲੋਸ ਦਿੱਤਾ ਹੋਇਆ ₹20,000 ਦਾ। ਇੱਕ ਤਾਂ ਜਿਹੜਾ ਮੈਂ ਪਿਛਲਾ ਕਲੋਜ਼ਿੰਗ ਸਟਾਕ ਦੀ ਐਡਜਸਟਮੈਂਟ ਹੈ ਉਹਨੇ ਪਿਛਲੇ ਸਾਲ ਆਪਣੇ ਪ੍ਰੋਫਿਟ ਨੂੰ ਘਟਾਇਆ, ਐਤਕੀ ਸਾਲ ਆਪਣੇ ਪ੍ਰੋਫਿਟ ਨੂੰ ਵਧਾਏਗਾ। ਤਾਂ ਇੱਕ ਤਾਂ ਕਲੋਜ਼ਿੰਗ ਸਟਾਕ ਜਿਹੜਾ ਹੈ ਉਸ ਨੂੰ ਆਪਾਂ ਅਗਲੇ ਸਾਲ ਵੀ ਲੈ ਕੇ ਆਉਣਾ ਹੈਗਾ। ਤਾਂ 10,000 ਐਤਕੀ ਸਾਲ ਦੇ ਪ੍ਰੋਫਿਟ ਦੇ ਵਿੱਚ ਕੀ ਹੋ ਗਿਆ, ਐਡ ਹੋ ਗਿਆ। ਔਰ ਫਿਰ ਐਕਸਕਲੂਡਿੰਗ ₹6,000 ਇੰਸ਼ੋਰੈਂਸ ਪ੍ਰੀਮੀਅਮ ਆਫ ਫਰਮਸ ਪ੍ਰੋਪਰਟੀ ਨਾਓ ਟੂ ਬੀ ਇੰਸ਼ੋਰਡ। ਇਹਦਾ ਕੀ ਮਤਲਬ ਹੈ, ₹6,000 ਦਾ ਕੋਈ ਇੰਸ਼ੋਰੈਂਸ ਪ੍ਰੀਮੀਅਮ ਹੈ। ਕਾਹਦਾ ਇੰਸ਼ੋਰੈਂਸ ਹੈ, ਫਰਮ ਦੀ ਕੋਈ ਪ੍ਰੋਪਰਟੀ ਹੈਗੀ ਹੈ ਉਹਦਾ ਇੰਸ਼ੋਰੈਂਸ ਹੈ ਜੋ ਕਿ ਆਪਾਂ ਕਰਵਾਉਣਾ ਹੈ। ਤਾਂ ਹੁਣ ਫਰਮ ਦਾ ਇੰਸ਼ੋਰੈਂਸ ਕਰਵਾਉਣਾ ਹੈ, ਫਰਮ ਦੀ ਕਿਸੇ ਪ੍ਰੋਪਰਟੀ ਦਾ ਇੰਸ਼ੋਰੈਂਸ ਕਰਵਾਉਣਾ ਹੈ, ਤਾਂ ਉਹ ਨਾਰਮਲ ਬਿਜ਼ਨਸ ਦਾ ਖਰਚਾ ਹੈ। ਇਸ ਕਰਕੇ ਉਸ ਨੂੰ ਆਪਾਂ ਨੂੰ ਪ੍ਰੋਫਿਟ ਦੇ ਵਿੱਚੋਂ ਮਾਈਨਸ ਕਰਨਾ ਚਾਹੀਦਾ ਹੈ। ਪਰ ਉਸਨੇ ਐਕਸਕਲੂਡ ਕੀਤਾ ਹੋਇਆ, ਉਸਨੇ ਮਾਈਨਸ ਨਹੀਂ ਕੀਤਾ ਹੋਇਆ, ਤਾਂ ਆਪਾਂ ਉਸ ਨੂੰ ਕੀ ਕਰ ਦਾਂਗੇ, ਮਾਈਨਸ ਕਰ ਦਾਂਗੇ। ਤਾਂ ਇਹ ₹6,000 ਦੇ ਵਿੱਚੋਂ ਆਪਾਂ ਮਾਈਨਸ ਕਰ ਦਾਂਗੇ। ਤਾਂ ਆਪਣਾ ਜਿਹੜਾ ਮਾਈਨਸ ਦਾ 20,000 ਹੈ ਔਰ ਮਾਈਨਸ ਦਾ 6,000 ਹੈ ਜੁੜ ਕੇ ਮਾਈਨਸ ਦਾ 26,000 ਹੋ ਗਿਆ ਔਰ ਪਲੱਸ ਦਾ 10,000 ਕਰਾਂਗੇ ਤਾਂ ਮਾਈਨਸ ਦਾ ₹16,000, यानी कि 5वें साल अपना नैट जो है वो लॉस निकलेगा ₹16,000 ਦਾ। इस तरीके नाल हर साल के प्रॉफिट में आपां की करना है, एडजस्ट करना है। और एडजस्टमेंट होने तो बाद जो अपना एडजस्टेड प्रॉफिट आएगा, जिमें कि आपां एवरेज प्रॉफिट निकालना है तो आपां टोटल प्रॉफिट निकाल लांगे इसका। और इसका टोटल प्रॉफिट जोड़ा है ये 36,000, 60,000, 90,000 तो 60,000 में प्लस करके और उस तो बाद 16,000 में माइनस करके ₹2,30,000 का टोटल एडजस्टेड प्रॉफिट आ जाएगा। टोटल एडजस्टेड प्रॉफिट आ जाएगा। हुण इस टोटल एडजस्टेड प्रॉफिट तो आप की निकालेंगे, एवरेज प्रॉफिट निकालेंगे। आप हुण सिंपल एवरेज प्रॉफिट निकालने वास्ते की करते सी, जो भी तुहाडा टोटल प्रॉफिट है जो कि इत्थे आफ्टर एडजस्टेड टोटल प्रॉफिट कितना है 2,30,000 और पिछले 5 सालों का है, तो आप 5 सालों से डिवाइड कर देंगे इसनों, तो अपने को एवरेज आऊगी ₹46,000। यानी कि सिंपल एवरेज प्रॉफिट अपना निकल गया ₹46,000। हुण आप गुडविल की जो वैल्यूएशन करनी है वो सिंपल एवरेज प्रॉफिट अपना 46,000 है, उसनों मल्टीप्लाई करांगे नंबर ऑफ ईयर परचेज के नाल। तो आप गुडविल की जो वैल्यूएशन करनी सी वो 2 ईयर परचेज के बेस पर करनी सी, तो 2 नाल मल्टीप्लाई जो करांगे तो अपनी गुडविल की जो वैल्यूएशन बनोगी वो ₹92,000 की बनोगी। तो इस तरीके नाल आपां प्रॉफिट में एडजस्ट करना है और आफ्टर एडजस्टमेंट सिंपल एवरेज प्रॉफिट निकालेंगे और फिर गुडविल की वैल्यूएशन एज इट इज़ ओनली नंबर ऑफ ईयर परचेज नाल मल्टीप्लाई करके कर लेंगे। अज की क्लास दे विच बेटा आपां आही टॉपिक डिस्कस करना सी। नैक्सट क्लास दे विच आपां वेटेड एवरेज प्रॉफिट मैथड लैंदे हुए गुडविल की वैल्यूएशन करांगे। ये जो आपां
ਟੌਪਿਕ ਡਿਸਕਸ ਕੀਤੇ ਹੈ ਸਿੰਪਲ ਐਵਰੇਜ ਪ੍ਰੋਫਿਟ ਵਿਦਆਊਟ ਐਡਜਸਟਮੈਂਟ ਔਰ ਵਿਦ ਐਡਜਸਟਮੈਂਟ ਆਪਾਂ ਕੀਤਾ ਹੈ। ਇਸ ਦੀ ਪ੍ਰੋਬਲਮਸ ਨੂੰ ਤੁਸੀਂ ਸੋਲਵ ਕਰੋ, ਇਹਦੇ ਜੋ ਵੀ ਪ੍ਰੈਕਟੀਕਲ ਪ੍ਰੋਬਲਮਸ ਨੇ ਉਹ ਸੋਲਵ ਕਰੋ। ਜੇਕਰ ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਉਸਨੂੰ ਕਮੈਂਟ ਬਾਕਸ ਦੇ ਵਿੱਚ ਪਾਓ, ਜਾਂ ਫਿਰ ਮੇਰਾ WhatsApp ਨੰਬਰ ਤੁਹਾਨੂੰ ਮੈਂਸ਼ਨ ਕਰੂੰਗਾ ਮੈਂ ਹੁਣ, ਉਸ WhatsApp ਨੰਬਰ 'ਤੇ ਮੈਨੂੰ ਮੈਸੇਜ ਪਾ ਦਿਓ। ਮੈਂ ਤੁਹਾਡੇ ਕੁਐਸਚਨ ਜਿਹੜੇ ਹੈ ਉਹ ਸੋਲਵ ਕਰਕੇ ਵਾਪਸ ਤੁਹਾਨੂੰ WhatsApp 'ਤੇ ਹੀ ਰਿਪਲਾਈ ਕਰ ਦੂੰਗਾ। ਥੈਂਕ ਯੂ।